ਨਮਸਕਾਰ। ਪ੍ਰੋਗਰਾਮ ਅੱਜ ਦੀ ਗੱਲ ਵਿੱਚ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਡਾਕਟਰ ਨਰੇਸ਼ ਪਟਲਾ। ਦੋਸਤੋ, ਅੱਖਾਂ ਸਾਡੇ ਸਰੀਰ ਦਾ ਸਭ ਤੋਂ ਅਨਮੋਲ ਅੰਗ ਹਨ। ਸੋਚ ਕੇ ਦੇਖੋ, ਜੇ ਤੁਹਾਡੀ ਦ੍ਰਿਸ਼ਟੀ ਨੂੰ ਕੁਝ ਵੀ ਹੋ ਜਾਏ, ਥੋੜੀ ਦੇਰ ਲਈ ਤੁਹਾਨੂੰ ਅੰਧੇਰਾਪਨ ਨਜ਼ਰ ਆ ਜਾਏ ਤਾਂ ਲਾਈਫ ਬੜੀ ਅਜੀਬ ਜੀ ਲੱਗਦੀ ਹੈ। ਅੱਖਾਂ ਜਿੱਥੇ ਆਦਮੀ ਦੀ ਖੂਬਸੂਰਤੀ ਨੂੰ ਜ਼ਾਹਿਰ ਕਰਦੀਆਂ ਹਨ, ਉਹਦੀ ਪਰਸਨੈਲਿਟੀ ਨੂੰ ਉਭਾਰਦੀਆਂ ਹਨ, ਤੇ ਉੱਥੇ ਇਹ ਵੀ ਜ਼ਾਹਿਰ ਕਰਦੀਆਂ ਨੇ ਕਿ ਆਦਮੀ ਤੰਦਰੁਸਤ ਕਿੰਨਾ ਹੈ। ਅੱਜ ਅਸੀਂ ਅੱਖਾਂ ਦੀ ਬਿਮਾਰੀਆਂ ਬਾਰੇ ਵਿਸਤਾਰ ਨਾਲ ਗੱਲਬਾਤ ਕਰਾਂਗੇ। ਅੱਜ ਵਰਲਡ ਸਾਈਟ ਡੇ ਵੀ ਹੈ, ਵਿਸ਼ਵ ਦ੍ਰਿਸ਼ਟੀ ਦਿਵਸ ਵੀ ਹੈ, ਤੇ ਉਸ ਬਾਰੇ ਵੀ ਥੋੜੀ ਜਿਹੀ ਗੱਲਬਾਤ ਕਰਾਂਗੇ। ਤੇ ਇੱਕ ਬੜੀ ਵੱਡੀ ਅੱਜ ਕੱਲ੍ਹ ਜਿਹੜੀ ਸਮੱਸਿਆ ਆ ਰਹੀ ਹੈ, ਕੰਪਿਊਟਰ ਵਿਜ਼ਨ ਸਿੰਡਰੋਮ। ਮਤਲਬ ਅੱਜ ਕੱਲ੍ਹ ਡਿਜੀਟਲ ਮੀਡੀਆ ਕਰਕੇ ਹਰ ਚੀਜ਼ ਕੰਪਿਊਟਰ 'ਤੇ ਹੋ ਰਹੀ ਹੈ, ਹਰ ਲਾਈਵ ਟਾਕ ਹੋ ਰਹੀ ਹੈ, ਕੋਈ ਵੀ ਹੋਏ ਬੰਦਾ ਵਰਕ ਫਰੋਮ ਹੋਮ ਕਰ ਰਿਹਾ ਹੈ। ਇਹ ਚੀਜ਼ਾਂ ਨੇ ਅੱਖਾਂ 'ਤੇ ਬਹੁਤ ਜ਼ਿਆਦਾ ਅਸਰ ਕੀਤਾ ਹੈ। ਵਿਸ਼ਾ ਬੜਾ ਗੰਭੀਰ ਹੈ, ਤੇ ਇਸ ਵਿਸ਼ੇ 'ਤੇ ਵਧੇਰੀ ਜਾਣਕਾਰੀ ਦੇਣ ਲਈ ਅੱਜ ਅਸੀਂ ਬੜੇ ਅੱਛੇ ਸਪੈਸ਼ਲਿਸਟ ਨੂੰ ਸੱਦਾ ਦਿੱਤਾ ਹੈ। ਮੈਂ ਉਹਨਾਂ ਨਾਲ ਤੁਹਾਡਾ ਤਾਰੁਫ ਕਰਾਤਾ। ਮੇਰੇ ਨਾਲ ਬੈਠੇ ਹਨ ਡਾਕਟਰ ਤਾਨੀਆ ਮੋਡਗੇ। ਡਾਕਟਰ ਤਾਨੀਆ ਜਿਹੜੇ ਕਿ ਪ੍ਰੋਫੈਸਰ ਤੇ ਹੈੱਡ ਹਨ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਵਿੱਚ, ਤੇ ਉਹਨਾਂ ਦੇ ਨਾਲ ਬੈਠੇ ਹਨ ਡਾਕਟਰ ਅਪੂਰਵਾ ਮਿੱਤਲ ਜਿਹੜੇ ਕਿ ਪਲਾਸਟਿਕ ਸਰਜਨ ਹਨ ਆਈਜ਼ ਦੇ, ਤੇ ਇੱਕ ਸੁਪਰ ਸਪੈਸ਼ਲਿਸਟ ਹਨ। ਬੜੇ ਸਾਲਾਂ ਤੋਂ ਇਹ ਦੋਨੋਂ ਅੱਖਾਂ ਦੇ ਵਿਸ਼ੇ ਤੇ ਹੀ ਕੰਮ ਕਰ ਰਹੇ ਹਨ। ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਵਿਸ਼ਾ ਗੰਭੀਰ ਹੈ ਤੇ ਤੁਸੀਂ ਅੰਤ ਤੱਕ ਸਾਡੇ ਨਾਲ ਜ਼ਰੂਰ ਜੁੜੇ ਰਹੋ। ਡਾਕਟਰ ਤਾਨੀਆ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਡਾਕਟਰ ਪੂਰਵਾ, ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਸ਼ੁਕਰੀਆ। ਡਾਕਟਰ ਤਾਨੀਆ, ਸਭ ਤੋਂ ਪਹਿਲਾਂ ਆਪਾਂ ਚਾਹੁੰਦੇ ਕਿ ਦਰਸ਼ਕਾਂ ਨੂੰ ਇਹ ਦੱਸੀਏ ਕਿ ਕਿਉਂਕਿ ਅੱਜ ਵਿਸ਼ਵ ਦ੍ਰਿਸ਼ਟੀ ਦਿਵਸ ਹੈ, ਇਹ ਦਿਵਸ ਦੀ ਮਹੱਤਤਾ ਕੀ ਹੈ? ਸਤਿ ਸ਼੍ਰੀ ਅਕਾਲ ਸਭ ਨੂੰ। ਸਭ ਤੋਂ ਪਹਿਲਾਂ ਵਿਸ਼ਵ ਦ੍ਰਿਸ਼ਟੀ ਦਿਵਸ ਜਿਹੜਾ ਹੁੰਦਾ ਹੈ, ਇਹ ਕਿਉਂ ਮਨਾਇਆ ਜਾਂਦਾ ਹੈ? ਇਸ 'ਚ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਆਪਣੀ ਅੱਖਾਂ ਦੀ ਦੇਖਭਾਲ ਕਰਨਾ ਕਿਉਂ ਜ਼ਰੂਰੀ ਹੈ, ਤੇ ਇਹ ਦੇਖਭਾਲ ਤੁਸੀਂ ਕਿੱਦਾਂ ਕਰ ਸਕਦੇ ਹੋ। ਉੱਦਾਂ ਤਾਂ ਸਾਨੂੰ ਹਮੇਸ਼ਾ ਆਪਣੀ ਅੱਖਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ, ਪਰ ਸਾਲ 'ਚ ਇੱਕ ਦਿਨ ਅਸੀਂ ਜ਼ਰੂਰ ਇਹਦੇ ਬਾਰੇ ਜਾਗਰੂਕਤਾ ਫੈਲਾਉਣ ਲਈ ਲੋਕਾਂ ਨੂੰ ਦੱਸਦੇ ਹਾਂ। ਜੀ ਡਾਕਟਰ ਪੂਰਵਾ, ਜਿਹੜਾ ਇਹ ਵਿਸ਼ਵ ਦ੍ਰਿਸ਼ਟੀ ਦਿਵਸ ਹੈ, ਇਹਦਾ ਇਸ ਬਾਰ थीम की है? इस बार इसका थीम है लव योर आइज, मतलब अपनी आंखों से प्यार करें। और वो हम कैसे कर सकते हैं? जब हम इसकी कभी केयर करें। हमें हमेशा हर साल में केयर करिए। हाँ, संभाल ऐसे कि साल में एक बार हमें आंखों का चेकअप कराना ज़रूरी है। जितना छोटा बच्चा है उतना जल्दी एक बार बच्चे का आंखों का चेकअप कराना ज़रूरी है। ठीक है, तो इसका मतलब यही है कि हम जितना ज़्यादा आँखों के बारे में केयर करेंगे, अगर कोई प्रॉब्लम डायग्नोस हो जाती है तो उसके हिसाब से जो भी डायग्नोसिस के हिसाब से दवाइयाँ दी जाती हैं उन्हें बिल्कुल शिद्दत से लें। मतलब जिस तरह डॉक्टर सलाह देता है उस हिसाब ਨਾਲ ਆਪਣੇ ਆਪ ਨਹੀਂ ਮੈਡੀਸਨ ਲਓ। हाँ जी, वो एक बहुत बड़ी चीज़ है। कराओ, ये बहुत बड़ी चीज़ है, क्योंकि ਅੱਜ ਕੱਲ੍ਹ ਤਾਂ ਹਿੰਦੁਸਤਾਨ 'ਚ ਕਿ ਤੁਸੀਂ ਕੈਮੀ ਸ਼ਾਪ ਤੇ ਜਾਓ, ਜੋ ਮਰਜ਼ੀ ਦਵਾਈ ਲੈ ਲਓ, तो ये सोचा जाता कि जिहड़ी मर्जी अखां 'च दवाई पा लो। और दवाई डालने से कभी कभी आंखों में कोई रिएक्शन हो जाती है, कभी आंखों की दृष्टि भी जा सकती है। और एक बहुत बड़ा एक मिस नॉर्म है कि लोग बाग क्या करते हैं, उनको लगता है कि मेरे को जी चश्मा उतारना है, चश्मा उतारने के लिए जो ऐसे कहीं से भी कोई दवाई मिलती है वो डाल देंगे हम आंखों में, तो हमारा चश्मा सदा के लिए उतर जाएगा। बट ये ऐसा नहीं होता है। ये मैं सभी को कहना चाहूँगी कि इस तरह की किसी भी प्रैक्टिस में नहीं जाना चाहिए, क्योंकि ये अगर किसी को चश्मा लग जाता है तो वो आँख की स्ट्रक्चर की वजह से ऐसे चश्मा लगता है, तो उसे हमें इस तरीके से नहीं उतारा जा सकता। मतलब कारण देखना चाहिए, एक स्पेशलिस्ट को जाके उसका कारण देखना चाहिए, कारण दे नाल ही इलाज करना चाहिए। और अगर हमें इलाज करवाना है कि चश्मा उतरवाना है तो उसके लिए अलग से कुछ सर्जरीज हैं जिनसे हम चश्मा उतरवा सकते हैं, और वो सही उम्र में कराएं। हाँ जी, हाँ जी। और हमारे को कभी भी सानू ये नहीं सोचना चाहिए चश्मा लगेगा तो साडी ब्यूटी खराब हो जाएगी। नहीं, कभी तो चश्मा आजकल तो फैशन हो गया, तो गाना भी ना तुहानू काला चश्मा जसदा है। हाँ जी, बिल्कुल। इसलिए तो चश्मा मतलब हर चीज़ दे वहम भरम तो उठ के सेहत दा ध्यान रखना चाहिए कि तुहाडी अखां सुरक्षित किद्दां रहन, चाहे चश्मा लगा के क्यों ना रहन, क्योंकि अखां इन्ना अनमोल अंग है कि ਇਹਦਾ ਸੁਰੱਖਿਅਤ ਰਹਿਣਾ ਬੜਾ ਜ਼ਰੂਰੀ ਹੈ। ਡਾਕਟਰ ਤਾਨੀਆ, ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿੱਦਾਂ ਹੁਣ ਆਪਾਂ ਸ਼ੁਰੂ ਕਰਦੇ ਬਚਪਨ ਤੋਂ, ਬੜੀ ਵਾਰ ਦੇਖਿਆ ਜਾਂਦਾ ਕਿ ਛੋਟੇ ਛੋਟੇ ਬੱਚੇ ਅੱਜ ਕੱਲ੍ਹ ਐਡੀਆਂ ਵੱਡੀ ਵੱਡੀਆਂ ਐਨਕਾਂ ਲੱਗੀਆਂ ਹੋਈਆਂ। ਕੀ ਕੋਈ ਐਸਾ ਸਿਸਟਮ ਹੈ ਕਿ ਆਪਾਂ ਪਹਿਲਾਂ ਹੀ ਬੱਚਿਆਂ ਦਾ ਡਾਇਗਨੋਸ ਕਰ ਲਈਏ ਤੇ ਤਾਂ ਕਿ ਉਹਨਾਂ ਦੀ ਅੱਖਾਂ ਤੇ ਐਨਕਾਂ ਵੀ ਨਾ ਲੱਗਣ, ਜੇ ਲੱਗਣ ਤਾਂ ਇੰਨਾ ਵੱਡਾ ਨੰਬਰ ਨਾ ਹੋਏ? ਜੀ ਬਿਲਕੁਲ। ਮੈਂ ਇਹ ਕਹਿਣਾ ਚਾਹੂੰਗੀ ਕਿ ਜਦ ਬੱਚਿਆਂ 'ਚ ਦੇਖਦੇ ਨਾ ਸੀ ਕਿ ਉਹਨਾਂ ਨੂੰ ਨਹੀਂ ਦਿਖ ਰਿਹਾ, ਤੇ ਲੋਕੀ ਗਾਜਰਾਂ, ਮਤਲਬ ਠੀਕ ਹੈ, ਨਿਊਟ੍ਰੀਸ਼ਨ ਜਿਹੜਾ ਹੈਗਾ ਤੁਸੀਂ ਆਪਣੀ ਜਿਹੜਾ ਪਾਲਣ ਪੋਸ਼ਣ ਹੈ ਉਹ ਵਧੀਆ ਰੱਖੋ, ਪਰ ਜਦ ਟੀਚਰ ਕਹਿੰਦੀ ਹੈ ਉਸ 'ਚ ਜ਼ਿੰਮੇਦਾਰੀ ਪੇਰੈਂਟਸ ਦੀ, ਮਤਲਬ ਮਾਂ-ਬਾਪ ਦੀ, ਤੇ ਨਾਲ ਅਧਿਆਪਕਾਂ ਦੀ ਬਹੁਤ ਜ਼ਰੂਰੀ ਹੈ ਕਿ ਉਹ ਨੋਟਿਸ ਕਰਨ ਕਿ ਬੱਚਿਆਂ 'ਚ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ, ਉਹ ਠੀਕ ਤਰ੍ਹਾਂ ਦੇਖ ਪਾ ਰਹੇ ਕਿ ਨਹੀਂ। ਤੇ ਉਸ 'ਚ ਕੀ ਹੁੰਦਾ, ਕਈ ਵਾਰ ਕਈ ਬੱਚਾ ਪਹਿਲੀ ਸੀਟ ਤੇ ਬੈਠ ਕੇ ਉਹ ਬਲੈਕ ਬੋਰਡ ਨਹੀਂ ਪੜ੍ਹ ਪਾਤਾ। ਹਾਂ, ਕਈ ਬੱਚੇ ਦੱਸਦਾ ਵੀ ਨਹੀਂ ਹੈ ਡਾਕਟਰ, ਦੱਸਦਾ, ਹਾਂ, ਉਹਨਾਂ ਨੂੰ ਪਤਾ ਹੀ ਨਹੀਂ ਕਿ ਧੁੰਦਲਾਪਨ ਹੁੰਦਾ, ਕਿ ਉਹਨਾਂ ਨੇ ਸ਼ੁਰੂ ਤੋਂ ਦੇਖੀ ਹੀ ਉਹ ਨਿਗਾਹ ਹੁੰਦੀ ਹੈ,
ਪਰ ਜਦੋਂ ਨੋਟ ਡਾਊਨ ਕਰਦੇ ਆ ਕੁਝ ਵੀ ਬਲੈਕ ਬੋਰਡ ਤੋਂ ਤਾਂ ਉਹ ਸਹੀ ਨਹੀਂ ਨੋਟ ਡਾਊਨ ਕਰਦੇ ਤੇ ਉਸ ਤੋਂ ਸਾਨੂੰ ਸ਼ੱਕ ਪੈ ਜਾਣਾ ਚਾਹੀਦਾ ਕਿ ਇਹਦੀ ਅੱਖਾਂ ਨਹੀਂ ਠੀਕ ਹੈਗੀਆਂ। ਬੜਾ ਜ਼ਰੂਰੀ ਮੈਸੇਜ ਹੈ ਕਿ ਪੇਰੈਂਟਸ ਨੂੰ ਚਾਹੀਦਾ ਕਿ ਬੱਚਿਆਂ ਦੀ ਅੱਖਾਂ ਉਹ ਫਿਰ ਟੀਵੀ ਨੇੜੇ ਜਾ ਕੇ ਦੇਖਣਾ। ਹਾਂਜੀ ਹਾਂਜੀ, ਇਸ ਲਈ ਕਿਉਂਕਿ ਉਹਨਾਂ ਨੂੰ ਸਾਫ਼ ਨਹੀਂ ਦਿਖ ਰਿਹਾ ਤਾਂ ਕਿ ਔਰ ਅੱਖਾਂ ਤੋਂ ਪਾਣੀ ਆਉਂਦਾ ਰਹਿਣਾ। ਹਾਂਜੀ ਹਾਂਜੀ, ਜਦ ਪੜ੍ਹਨਾ ਹੈ ਉਹਨਾਂ ਦੀ ਅੱਖਾਂ 'ਚੋਂ ਪਾਣੀ ਆਉਣ ਲੱਗ ਪਿਆ, ਅੱਖਾਂ ਦੁਖਦੀਆਂ ਪਈਆਂ, ਸਿਰ ਦਰਦ ਰਹਿਣਾ, ਇਹ ਸਭ ਜਿਹੜੇ ਤੁਸੀਂ ਕਹਿ ਲਓ ਜਿਹੜੇ ਨਿਸ਼ਾਨ ਹੈਗੇ ਇਹ ਇਸ ਚੀਜ਼ ਦੇ ਕਿ ਅੱਖ 'ਚ ਕਮਜ਼ੋਰੀ ਹੈ ਤੇ ਉਹਨਾਂ ਨੂੰ ਨਹੀਂ ਦਿਖ ਰਿਹਾ ਹੈ। ਹਾਂਜੀ ਹਾਂਜੀ, ਤੇ ਇਸ ਲਈ ਉੱਦਾਂ ਵੀ ਅਸੀਂ ਕਹਿੰਦੇ ਅੱਜ ਕੱਲ੍ਹ ਸਕੂਲ 'ਚ ਨਾ ਹਰੇਕ ਜਗ੍ਹਾ ਅੱਜ ਕੱਲ੍ਹ ਸਕੂਲ ਜਿੰਨੇ ਵੀ ਸਕੂਲ ਹੈ ਉਹ ਵੀ ਆਪਣੇ ਹੈਲਥ ਚੈੱਕਅਪ ਆਈ ਚੈੱਕਅਪ ਕੈਂਪ ਰੱਖਦੇ ਪਏ ਹੈ। ਅੱਖਾਂ ਦਾ ਸਰਕਾਰ ਵੱਲੋਂ ਵੀ ਕਾਫੀ ਅੱਖਾਂ ਦਾ ਚੈੱਕਅਪ ਕੈਂਪ ਰੱਖਦੇ ਪਏ। ਖਾਸ ਕਰਕੇ ਇਸ ਦਿਨ ਅਸੀਂ ਅੱਜ ਜਿਹੜਾ ਹੈਗਾ ਵਰਲਡ ਸਾਈਟ ਡੇ ਉਸ 'ਚ ਅਸੀਂ ਸਪੈਸ਼ਲੀ ਕਹਿੰਦੇ ਪਏ ਹਾਂ ਕਿ ਤੁਸੀਂ ਆਪਣੀ ਅੱਖਾਂ ਦੇ ਬੱਚਿਆਂ ਦੀ ਅੱਖਾਂ ਜ਼ਰੂਰ ਚੈੱਕ ਕਰਾਓ ਔਰ ਉਹ ਵੀ 7 ਸਾਲ ਦੀ ਉਮਰ ਤੋਂ ਪਹਿਲਾਂ ਚੈੱਕ ਕਰਾਓਗੇ ਤੇ ਕੋਈ ਵੱਡਾ ਨੰਬਰ ਅਗਰ ਅਸੀਂ ਲਗਾ ਪਾਵਾਂਗੇ ਤਾਂ ਚੰਗੀ ਗੱਲ ਹੈ, ਨਹੀਂ ਤਾਂ ਅੱਖਾਂ ਦੀ ਵਧੇਗਾ ਔਰ ਅੱਖਾਂ ਦੀ ਰੋਸ਼ਨੀ ਅਗਰ ਉਸ ਤਰ੍ਹਾਂ ਨਹੀਂ ਅਸੀਂ ਡਾਇਗਨੋਸ ਕਰ ਪਾਏ ਤੇ ਹਮੇਸ਼ਾ ਲਈ ਨਿਗਾਹ ਕਮ ਹੋ ਜਾਂਦੀ ਹੈਗੀ ਜਿਹਨੂੰ ਅਸੀਂ ਐਂਬਲਾਇਓਪੀਆ ਵੀ ਕਹਿੰਦੇ ਹੈਗੇ। ਤੇ ਇਸ ਲਈ ਜ਼ਰੂਰੀ ਹੈ ਕਿ ਅਸੀਂ ਸਹੀ ਟਾਈਮ ਤੇ ਉਹਨੂੰ ਡਾਇਗਨੋਸ ਕਰ ਸਕਣ ਤੇ 7 ਸਾਲ ਤੋਂ ਪਹਿਲਾਂ ਤਾਂ ਜ਼ਰੂਰ ਆਪਣੇ ਬੱਚਿਆਂ ਦੀ ਅੱਖਾਂ ਜ਼ਰੂਰ ਚੈੱਕ ਕਰੋ। ਡਾਕਟਰ ਪੂਰਵਾ, ਜਿਹੜੀਆਂ ਅੱਖਾਂ ਦੀ ਐਨਕ ਸਪੋਜ਼ ਬੱਚੇ ਦੇ ਲੱਗ ਗਈ, ਆਮ ਤੌਰ ਤੇ ਪੇਰੈਂਟਸ ਦੇ ਮਨ 'ਚ ਖਿਆਲ ਆ ਜਾਂਦਾ ਕਿ ਆਪਾਂ ਐਨਕ ਲੱਗ ਗਈ ਮੇਰੇ ਬੱਚੇ ਤੇ ਮੈਂ ਤਾਂ ਨਹੀਂ ਲਗਾਉਣੀ, ਜਾਂ ਬੱਚਾ ਵੀ ਨਹੀਂ ਲਗਾਉਂਦਾ। ਇਸ ਬਾਰੇ ਦਰਸ਼ਕਾਂ ਨੂੰ ਦੱਸੋ ਕਿ ਜੇ ਬੱਚੇ ਨੂੰ ਐਨਕ लग जाए तो उन्हें स्पेक्स लगा के रखना चाहिए। हाँ, उसको स्पेक्स लगा के रखना चाहिए। अगर उसको चश्मा लग गया है तो हमें नहीं घबराना है। पेरेंट्स को भी हम यही समझाते हैं कि बच्चों के अंदर वो चश्मा का अगर ऐसा नंबर है जो उसने पूरे दिन लगाना है तो उसने हर वक्त लगा के रखना है, सिर्फ सोते हुए और नहाते हुए ना लगाए, बाकी हर वक्त वो चश्मा लगाए। और कुछ एक ऐसी कंडीशन होती है जैसे अभी डॉक्टर तानिया ने बताया अम्बलायोपिया, उसमें क्या होता है कि एक आंख हमारी लेजी आई में चली जाती है जिसमें कि बच्चा एक आंख से देख रहा है तो उसे ऐसा लगता है कि वो देख पा रहा है लेकिन दूसरी आंख उसकी सदा के लिए कम निगाह के अंदर चली जाएगी। और जब वो ऐसी हो जाएगी तो उसके लिए कुछ ट्रीटमेंट्स हैं जो कि छोटेपन में किए जा सकते हैं 10 साल की उम्र से पहले। इसके लिए बच्चों के स्पेशलिस्ट डॉक्टर भी अलग से हैं आँखों के, जो कि इसके लिए अलग से कुछ एक्सरसाइजेज वगैरह बताते हैं ताकि बच्चे की निगाह चश्मे के साथ कम से कम प्रॉपर्ली पनपती रहे। नहीं तो कभी कभी चश्मा लगा भी रहा है बच्चा तो भी निगाह उसकी पूरी नहीं है। और ये होना बहुत ज़रूरी है क्योंकि बहुत सारे ऐसे फील्ड्स हैं उनकी बच्चे की लाइफ के अंदर कैरियर में जिसमें कि अगर निगाह कम है तो वो उन चीज़ों के अंदर नहीं भी जा सकते हैं बच्चे, जैसे डिफेंस वगैरह है गए। और एक चीज़ और मैं ऐड करना चाहूँगी, ਜਿਹੜਾ चश्मा है ना कई बच्चे थल्ले करके लगा लेंदे हैं, ਅੱਖਾਂ ਦੇ ਸਾਹਮਣੇ ਨਹੀਂ ਹੁੰਦਾ, ਲੂਜ਼ ਹੁੰਦਾ ਹੈ। अच्छा, तो वो भी बहुत डेंजरस रहता है। ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹਦਾ ਨੰਬਰ ਚੇਂਜ ਹੋ ਰਿਹਾ, ਜਿੱਦਾਂ ਹੁਣ ਬੱਚੇ ਦੇ ਇੱਕ ਵਾਰ ਨੰਬਰ ਲੱਗ ਗਿਆ ਨਹੀਂ ਉਹ ਆਦਤ ਨਹੀਂ ਹੁੰਦੀ, ਆਦਤ ਨਹੀਂ ਉਹ ਤਾਂ ਹਮੇਸ਼ਾ ਉਹਨਾਂ ਨੂੰ 6 महीने बाद चेकअप जरूर रखना है। हर 6 महीने में बच्चे का नंबर बदल सकता है, जैसे हर 6 महीने साल में बच्चे के कपड़े का साइज बदल जाता है वैसे ही बच्चे का आंखों का नंबर बदल जाता है। हर 6 महीने बाद बच्चे को चेंज भी कराना चाहिए नंबर और उसके चेक कराना चाहिए, जे चेंज हो रहा ਤਾਂ ਫਿਰ ਚੇਂਜ ਕਰਵਾਓ। ਇਹ ਡਾਕਟਰ ਪੂਰਵਾ, ਜਿੱਦਾਂ ਇਹ ਤੁਸੀਂ ਦੱਸ ਰਹੇ ਸੀ ਕਿ ਬੱਚਿਆਂ ਦੀ ਕਰੈਕਸ਼ਨ ਵੀ ਹੋ ਸਕਦੀ ਹੈ, ਜਿੱਦਾਂ ਤੁਸੀਂ ਪਲਾਸਟਿਕ ਸਰਜਨ ਹੋ, कि बच्चों के विच भी कुछ सर्जिकल प्रोसीजर है कुछ करेक्शन दे? बच्चों के अंदर अलग अलग तरीके की बीमारियां होती हैं। जैसे बच्चों के अंदर कभी आँख के अंदर अगर सफ़ेद कलर दिखता है तो उसकी आँख में या तो ट्यूमर हो सकता है या फिर उसके आँख में कैटरेक्ट हो सकता है, जिसका उतने छोटेपन में ही इलाज होना चाहिए। हमने बल्कि बच्चों के छोटे से जैसे 10 दिन का बच्चा, महीने के बच्चे को ऑपरेट किया है ताकि उसकी निगाह सही तरीके से पनप सके। फिर एक और प्रॉब्लम होती है बच्चों की आँखों में पानी आना, जो कि बच्चों की आँख में वैसे पानी तीन महीने के बाद बनता है, पर अगर पानी बचपन से ही आ रहा है या कुछ इस तरीके की प्रॉब्लम है तो इसके लिए आपको जल्दी से जल्दी डॉक्टर को दिखाना है ताकि वो जो आंसू की थैली है उसका रास्ता अगर बंद है तो उसका प्रॉपर इलाज किया जा सके। तो आंसू का रास्ता जेड़ा ये अखां दे विच है, आंखों के अंदर से जो नाक में पानी लेके जाता है, हाँ जी, वो रास्ता कभी बंद हो जाता है बच्चों में, तो उसका भी इलाज छोटेपन में किया जाए तो ज्यादा अच्छा रहता है। नहीं तो अदरवाइज की कॉम्प्लिकेशन नहीं तो फिर कॉम्प्लिकेशंस आ जाती हैं, पस पड़ जाता है आंसू की थैली में, पस फैलने के चांस हो जाते हैं, आंखों में असर होने के भी कभी कभी चांस होते हैं अगर बिल्कुल न ध्यान दिया जाए तो। एक डॉक्टर साहब हो रहा है कि जेडे बच्चों दे विच भी कई कैटरेक्ट होता है, ये की चीज है? हाँ, बच्चों में बचपन से ही आ जाता है जिसको हम डेवलपमेंटल कैटरेक्ट कहते हैं। तो ये जो कैटरेक्ट रहता है इसको हमें बिल्कुल बचपन में ही करना होता है इलाज उसका। जैसे हम ये देखते हैं कि बड़ों में तो कैटरेक्ट होता है, चीटा मोतिया जिसको बोलते हैं कि हमने उसका ऑपरेट किया और लेंस लगा दिया जाता है, वैसे ही बच्चों में भी उसी तरीके का ट्रीटमेंट होता है जिसमें कि हम चिट्टा मोतिया को निकाल देते हैं और उसके अंदर अगर उसकी उम्र इतनी बड़ी है कि हम उसके अंदर लेंस फिट कर सकते हैं तो लेंस भी लगा देते हैं ताकि, हाँ जी, ताकि बच्चे की जो निगाह है वो प्रॉपर्ली बनती रहे। अगर इसका नहीं ध्यान दिया जाएगा तो परमानेंटली उस आँख की निगाह
कम रह जाएगी। जैसे मैं आपको बता रही थी कि लेजी आई में चला जाता है, अम्ब्लायोपिया हो जाता है, तो वो चीज़ उस आँख में डेवलप हो जाती है। और कभी होता है कि एक पलक छोटी है, एक पलक नीचे गिरी हुई है बच्चे की, वो पलक भी अगर नीचे गिरी हुई है, दूसरी आँख की पलक पूरी ऊपर है, तो उसमें भी बच्चे की निगाह पे असर आ सकता है। हाँ जी, वो प्लास्टिक सर्जरी करी जाती है, वो जरूर करवानी चाहिए। कई बार हम लोग देखते हैं कि वो नहीं करवाते, तो उसके कारण भी लेजी आई, हाँ जी, निगाह कम रह जाती है। हाँ जी, हाँ जी, हाँ जी। ਤੇ ਡਾਕਟਰ ਸਾਹਿਬ ਆਪਾਂ ਹੁਣ ਡਾਕਟਰਾਨੀਆਂ ਗੱਲ ਕਰਦੇ ਕੰਪਿਊਟਰ ਵਿਜ਼ਨ ਸਿੰਡਰੋਮ ਬਾਰੇ। हाँ जी, ਬੜਾ ਅੱਜ ਕੱਲ ਤਾਂ ਬੜਾ ਗੰਭੀਰ ਜਿਹਾ ਵਿਸ਼ਾ ਬਣਿਆ ਹੋਇਆ, ਕਿਉਂਕਿ ਕੰਪਿਊਟਰ ਬਿਨਾ ਸਰ ਵੀ ਨਹੀਂ ਸਕਦਾ, ਮੋਬਾਈਲ ਬਿਨਾ ਤਾਂ ਮੋਬਾਈਲ ਤਾਂ ਲੱਗਦਾ ਕਿ ਹੁਣ ਸੈਕੰਡ ਲਾਈਫ ਬਣ ਗਈ ਹੋਈ ਹੈ। ਹਾਂਜੀ ਹਾਂਜੀ, ਤੇ ਹਰ ਕਿਸੇ ਦਾ, ਇਵਨ ਡਾਕਟਰਸ ਦਾ ਵੀ ਟਾਈਮ ਮੈਕਸਿਮਮ ਮੋਬਾਈਲ ਔਰ ਇਸ ਤੇ ਟੀਵੀ ਤੇ ਬੀਤਦਾ ਹੋਣਾ। ਤੇ ਐਕਚੁਅਲ ਚ ਕੰਪਿਊਟਰ ਵਿਜ਼ਨ ਸਿੰਡਰੋਮ ਹੈ ਕੀ ਚੀਜ਼ ਹੈ ਜਿਹੜਾ? ਹੁਣ ਜਿੱਦਾਂ ਅਸੀਂ ਗੱਲ ਕਰਦੇ ਹਾਂ, ਤੁਸੀਂ ਕਿਹਾ ਕਿ ਜਿੱਦਾਂ ਕੋਈ ਵੀ ਸਕਰੀਨ ਯੂਜ਼ ਕਰਨਾ ਹੈ, ਉਹ ਜਾਂ ਤਾਂ ਲੋਕ ਪ੍ਰੋਫੈਸ਼ਨਲੀ ਯੂਜ਼ ਕਰ ਰਹੇ ਆ, ਤੁਸੀਂ ਕਹੋ ਕਿ ਕੰਮ ਲਈ ਯੂਜ਼ ਕਰ ਰਹੇ ਹੈਗੇ ਆ, ਜਾਂ ਫਿਰ ਉਹ ਪੜ੍ਹਾਈ ਲਈ ਯੂਜ਼ ਕਰ ਰਹੇ ਆ। ਜਿੱਦਾਂ ਤੁਸੀਂ ਛੋਟੇ ਛੋਟੇ ਬੱਚਿਆਂ ਦੀ ਗੱਲ ਕੀਤੀ ਸੀ, ਉਹਨਾਂ ਚ ਆਨਲਾਈਨ ਕਲਾਸਿਸ ਹੈ ਅੱਜ ਕੱਲ੍ਹ ਤਾਂ, ਬੰਦਾ ਵਿੱਚ ਸਕੂਲ ਨਹੀਂ ਜੀ, ਆਨਲਾਈਨ ਕਲਾਸਿਸ ਚੱਲ ਰਹੀਆਂ। ਤੇ ਕੰਪਿਊਟਰ ਵਿਜ਼ਨ ਸਿੰਡਰੋਮ ਹੁੰਦਾ ਇਹ ਹੈ ਕਿ ਉਸ 'ਚ ਜਿਹੜੇ ਜੋ ਵੀ ਇਨਸਾਨ ਕੰਪਿਊਟਰ ਜ਼ਿਆਦਾ ਯੂਜ਼ ਕਰਦਾ ਹੈ, ਉਹਦੇ ਅੱਖਾਂ ਵਿੱਚ ਪਾਣੀ ਆਉਣ ਲੱਗ ਪੈਂਦਾ ਹੈ, ਅੱਖਾਂ 'ਚ ਫੋਰਨ ਬੋਡੀ ਜਿੱਦਾਂ ਕਹੋ ਕਿ ਕੁਛ ਪਿਆ ਹੋਇਆ, ਹਰ ਵਕਤ ਇਹੋ ਜਿਹੀ ਚੀਜ਼ ਇਰੀਟੇਸ਼ਨ ਮਹਿਸੂਸ ਹੁੰਦੀ ਹੈ, ਸਿਰ ਦਰਦ ਹੋਣ ਲੱਗ ਪੈਂਦਾ ਹੈ, ਤੇ ਉਹ ਹਰ ਵਕਤ ਇੱਦਾਂ ਲੱਗਦਾ ਕਿ ਅੱਖਾਂ ਫਰੈਸ਼ ਨਹੀਂ ਹੈ। ਹਾਂਜੀ, ਤੇ ਇਹ ਚੀਜ਼ ਜ਼ਿਆਦਾ ਅਗਰ ਜਦ ਲੰਬੇ ਸਮੇਂ ਤੱਕ ਕੋਈ ਵੀ ਕੰਪਿਊਟਰ ਯੂਜ਼ ਕਰਦਾ ਹੈਗਾ ਤਾਂ ਇਹ ਵਾਲੀ ਚੀਜ਼ ਹੋ ਸਕती है। अच्छा, मतलब ये इस तरह के लक्षण आ जाते हैं, लक्षण आ जाते हैं। तो उसके लिए ऐसा कहते हैं कि 20 मिनट आप कंप्यूटर यूज़ करें, 20 मिनट आप आंखों को प्रॉपर 20 सेकंड के लिए आंखों को प्रॉपर्ली बंद रखें, और उसके अगले 20 सेकंड आप थोड़ा दूर देखें। मतलब एक ये 20-20-20, हाँ जी, ये आजकल 4-20 बोलते हो, 4-20 बोल देते हैं। 20 हर 20 मिनट ਦੇ ਬਾਅਦ 20 ਸੈਕਿੰਡ ਲਈ ਆਪਣੀ ਅੱਖਾਂ ਪ੍ਰੋਪਰਲੀ ਦੂਰ ਦੇਖੋ। ਉਹ ਜਾਂ ਤਾਂ ਤੁਸੀਂ ਹੁਣ 20 ਫੁੱਟ ਨਾਪਣਾ ਨਹੀਂ ਹੈ, ਜਾਂ ਤਾਂ ਖਿੜਕੀ ਦੇ ਬਾਹਰ ਦੇਖ ਲਓ, ਜਾਂ ਫਿਰ ਤੁਸੀਂ ਦਰਵਾਜ਼ੇ ਦੇ ਬਾਹਰ ਦੇਖ ਲਓ, ਤੇ 20 ਵਾਰ ਆਪਣੀ ਅੱਖਾਂ ਝਪਕੋ ਵੀ। ਕਿਉਂਕਿ ਮੋਸਟਲੀ ਕੀ ਅਸੀਂ ਕਹੀਏ ਕਿ ਆਮ ਤੌਰ ਤੇ ਕੀ ਹੋ ਰਿਹਾ ਹੈ, ਜਦ ਤੁਸੀਂ ਜ਼ਿਆਦਾ ਵਾਰ ਆਪਣੀ ਅੱਖਾਂ ਖੁੱਲੀਆਂ ਰੱਖਦੇ ਹੋ, ਬਹੁਤ ਜ਼ਿਆਦਾ ਸਕਰੀਨ 'ਚ ਘੁਸ ਜਾਂਦੇ ਹੋ, ਤੁਹਾਡਾ ਜਿਹੜਾ ਨਾਰਮਲ ਤੁਹਾਡਾ ਅੱਖਾਂ ਨੂੰ ਝਪਕਣ ਦਾ ਰੇਟ ਹੁੰਦਾ ਹੈ, ਉਹ ਹੁੰਦਾ 10 ਤੋਂ 12 ਵਾਰ, ਉਹ ਘਟ ਜਾਂਦਾ ਹੈ। ਤੇ ਜੇ ਅਸੀਂ ਹੁਣ ਜਦ ਸਾਨੂੰ ਪਤਾ ਹੈ ਕਿ ਹਰ 20 ਮਿੰਟ ਬਾਅਦ ਨਾਰਮਲ ਬੰਦਾ 10 ਤੋਂ 12 ਵਾਰੀ ਅੱਖਾਂ ਝਪਕਦਾ 1 ਮਿੰਟ 'ਚ, ਤੇ ਅਦਰਵਾਈਜ਼ ਜਦੋਂ ਕੰਪਿਊਟਰ ਤੇ ਕੰਮ ਕਰਦਾ 5-7 ਟਾਈਮ ਰਹਿ ਜਾਂਦਾ ਹੈ। ਹਾਂਜੀ, ਉਹ ਝਪਕਣਾ ਹੀ ਬੜਾ ਜ਼ਰੂਰੀ ਹੈ, ਤਾਂ ਕਿ ਜਿਹੜੇ ਆਂਸੂ ਦੀ ਜਿਹੜੀ ਪੂਰੀ ਲੇਅਰ ਹੈ, ਪਰਤ ਜਿਹੜੀ ਹੈਗੀ ਹੈ, ਉਹ ਟੁੱਟੇ ਨਾ ਜੀ। ਇਸ ਲਈ ਅੱਖਾਂ ਝਪਕਣੀਆਂ ਬਹੁਤ ਜ਼ਰੂਰੀ ਹੈ। ਤੇ ਜਦ ਤੁਸੀਂ 20 ਮਿੰਟ ਦਾ ਬ੍ਰੇਕ ਲੈ ਰਹੇ ਹੋ, 20 ਮਿੰਟ ਦੇ ਬਾਅਦ ਬ੍ਰੇਕ ਲੈ ਰਹੇ ਹੋ 20 ਸੈਕਿੰਡ ਲਈ, ਤੇ ਆਪਣੀ ਅੱਖਾਂ ਵੀ ਜ਼ਰੂਰ ਝਪਕੋ। ਹਾਂਜੀ, ਕਈ ਵਾਰੀ ਕੰਪਿਊਟਰ ਵਿੱਚ ਵੀ ਇੱਕ ਸਿਸਟਮ ਬਣ ਜਾਂਦਾ, ਉਹ ਸਲੀਪ ਮੋਡ ਤੇ ਚਲਾ ਜਾਂਦਾ 20 ਮਿੰਟ ਬਾਅਦ, कि तुसी 20 मिनट बाद स्लीप मोड पे चले जाना, फिर दोबारा स्टार्ट हो जाना, काम करते वक्त हो नहीं पाएगा। तो इसके लिए एक और चीज़ ऐड करना चाहूँगी कंप्यूटर विजन सिंड्रोम के लिए, कि कंप्यूटर के अंदर एक वो रहता है, अल्ट्रावायलेट रेस के फिल्टर्स लगे रहते हैं ना, तो हमें वो ब्लू लाइट फिल्टर्स ऑन कर देने चाहिए। हाँ जी, वो फिल्टर्स हम ऑन कर सकते हैं, जैसे हमारे फोन्स में भी होते हैं, स्मार्टफोन्स में रहते हैं, तो एक तो वो फिल्टर्स ऑन कर दें। एक दूसरा ये कि हमें आंखों के बिल्कुल बराबर नहीं, डिस्टेंस नहीं, बराबर पे रखना है कंप्यूटर। मतलब ऐसा नहीं है कि कंप्यूटर ऐसे पड़ा है और हम ऐसे करके देख रहे हैं, या ऐसे पड़ा है, पोस्चर, हाँ जी, उससे और भी प्रॉब्लम होती है। ये हो जाता है कि ਅੱਖਾਂ ਦੀਆਂ ਖੁੱਲੀਆਂ ਵੀ ਰਹੂੰਗੀਆਂ ਨਾ, ਥੋੜੀ ਜਿਹੀ ਸ਼ਟ ਡਾਊਨ ਵੀ ਰਹੂੰਗੀਆਂ, ਉਹਦੇ ਨਾਲ ਅੱਖਾਂ ਦਾ ਜਿਹੜਾ ਤੁਸੀਂ ਕਹਿ ਲਓ, ਇਹ ਸਾਰਾ ਕੁਝ ਹੁੰਦਾ ਕਿਵੇਂ ਕਿ ਇਵੈਪੋਰੇਸ਼ਨ ਅਸੀਂ ਕਹਿੰਦੇ ਨਾ ਹੁੰਦੀ ਹੈ, ਤੇ ਉਹ ਟੀਅਰਸ ਦੀ ਬਹੁਤ ਛੇਤੀ ਹੁੰਦੀ ਹੈ ਜਦ ਅਸੀਂ ਝਪਕਦੇ ਨਹੀਂ ਹੈ, ਬਹੁਤ ਦੇਰ ਖੁੱਲੀਆਂ ਰਹਿੰਦੀਆਂ। ਤੇ ਇਹਦੇ ਨਾਲ ਤੁਹਾਡੀ ਜਦ ਅੱਖਾਂ ਦਾ ਲੈਵਲ, ਜਿੱਦਾਂ ਡਾਕਟਰ ਪੂਰਵਾ ਨੇ ਕਿਹਾ ਕਿ ਘੱਟ ਰੱਖਾਂਗੇ ਨਾ, ਤੇ ਉਹਦੇ ਨਾਲ ਤੁਹਾਡੀ ਉਨੀ ਜ਼ਿਆਦਾ ਇਵੈਪੋਰੇਸ਼ਨ ਨਹੀਂ ਹੋਏਗੀ, ਤੇ ਉਹ ਚੀਜ਼ ਪ੍ਰੋਟੈਕਟ ਹੋਏਗੀ। ਤੇ ਜੇ ਅਸੀਂ ਐਰਗੋਨੋਮਿਕਸ ਦੀ ਗੱਲ ਕਰੀਏ, ਜਿੱਦਾਂ ਕਹਿੰਦੇ ਕਿ ਕਿੱਦਾਂ ਬੈਠਣਾ ਚਾਹੀਦਾ ਹੈ, ਲਾਈਟ ਕਿੱਥੋਂ ਆਣੀ ਚਾਹੀਦੀ, ਕੰਪਿਊਟਰ ਦੀ ਹਾਈਟ ਕਿੱਥੇ ਤੱਕ ਹੋਣੀ ਚਾਹੀਦੀ। ਇੱਕ ਤਾਂ ਦੇਖੋ, ਟੇਬਲ ਦੀ ਹਾਈਟ ਤਾਂ ਜਿੰਨੀ ਹੈਗੀ ਹੈ ਉਨੀ ਹੁੰਦੀ ਹੈ, ਤੁਸੀਂ ਆਪਣੀ ਚੇਅਰ ਦੀ ਹਾਈਟ ਉੱਪਰ ਨੀਚੇ ਕਰ ਸਕਦੇ ਹੋ, या फिर उधर नीचे भी रख सकते हैं, गद्दी रख लो, गद्दी रख लो, ऐसे स्टैंड भी लगा होता है, स्टैंड भी ऐसे स्टैंड पे इसीलिए रखा जा रहा है वो। मतलब ਜਦੋਂ ਤੁਸੀਂ ਕੰਪਿਊਟਰ ਵੱਲ ਦੇਖਣਾ, ਤੁਹਾਡੀ ਪੂਰੀ ਅੱਖ ਖੁੱਲੀ ਹੋਣੀ ਚਾਹੀਦੀ, ਅੱਧੀ, ਥੋੜੀ ਜੀ ਘੱਟ, मतलब इस लेवल पे रखा जाए, ਕੰਫਰਟੇਬਲ ਲੈਵਲ ਤੇ ਹੋਣੀ ਚਾਹੀਦੀ। ਆਪਾਂ ਨਾਰਮਲ ਦੇਖਦੇ ਹਾਂ ਕਿਸੇ ਨਾਲ, ਉਦਾਂ ਦਾ ਨਾਰਮਲ ਤਾਂ ਲੱਗਣਾ ਚਾਹੀਦਾ, ਨਾਰਮਲ। ਜੀ। ਤੇ ਉਹਦੀ ਲਾਈਟ ਵੀ ਇੰਨੀ ਸਟਰੋਂਗ ਨਹੀਂ ਹੋਣੀ ਚਾਹੀਦੀ, ਬ੍ਰਾਈਟਨੈਸ ਜਿਹੜੀ ਹੈਗੀ ਹੈ ਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋਣੀ ਚਾਹੀਦੀ, ਨਾ ਬਹੁਤ ਜ਼ਿਆਦਾ ਘੱਟ ਹੋਣੀ ਚਾਹੀਦੀ ਜੀ। ਤੁਹਾਡੇ ਪਿੱਛੋਂ ਲਾਈਟ ਨਹੀਂ ਪੈਣੀ ਚਾਹੀਦੀ ਜੀ।
ਉੱਪਰੋਂ ਪੈ ਜਾਏ ਤਾਂ ਉਹ ਠੀਕ ਰਹੇਗੀ। मतलब एक लाइट जगा के रखे बंदा रूम दे विच। हाँ जी, हाँ जी। जब भी कंप्यूटर है तो लाइट बहुत ज़रूरी है ऑन हो, और जब भी आप टीवी भी देख रहे हैं तो लाइट का कमरे में जला होना बहुत ज़रूरी है। एक डॉक्टर साहब जी किसी को जिहदे स्पैक्स नहीं भी लगियां वो पीसी यूज़ करता हैगा ਤੇ ਉਹ ਸਪੈਕਸ ਇਦਾਂ ਦੇ ਯੂਜ਼ ਕਰ ਸਕਦੇ ਜਿਹਦੇ ਬਲੂ ਲਾਈਟ ਫਿਲਟਰ ਹੋਵੇ 0 ਨੰਬਰ ਵਾਲੀਆਂ ਤਾਂ ਕਿ ਉਹ ਕੰਪਿਊਟਰ ਦਾ ਫਾयदा हो जाए ਉਹਨੂੰ कुछ। कोई वो सेम ही चीज़ है सर, अगर वो कंप्यूटर में भी अगर ब्लू लाइट फिल्टर ऑन कर देगा वो भी यही वही चीज़। ब्लू लाइट फिल्टर कई बार नहीं भी ਹੁੰਦਾ ਇਸ ਤਾਂ ਤਰ੍ਹਾਂ ਵੀ ਆਪਣੀ आजकल तो सब में है। ਪਰ ਉਦਾਂ ਤੁਸੀਂ Phone में ਅੱਖਾਂ भी ਤੇ है। ਲਗਾਉਣਾ ਚਾਹੁੰਦੇ ਹੋ, ਉਹਦੀ ਮਨਾਹੀ ਨਹੀਂ ਹੈ ਕੋਈ ਐਡਿਟ ਤੁਸੀਂ ਕਹੋ ਕਿ ਇਹਦਾ ਬਹੁਤ ਜ਼ਿਆਦਾ ਫਾਇਦਾ ਦੇਖਿਆ ਗਿਆ, ਨਹੀਂ। ਪਰ ਬਹੁਤੀ ਲਾਈਟ ਵੀ ਨਹੀਂ ਪਏਗੀ ਜਿਸ ਹਾਂ ਸਪੈਕਸ ਚਲੋ ਜਿੱਦਾਂ ਅਸੀਂ ਕਹਿੰਦੇ ਵੈਪੋਰੇਟਿਵ ਡਰਾਈ आई है वो सर घट हो ऐसे जाएगी। उसका कुछ इतना प्रमोट नहीं कर सकते, बट हाँ ये है कि अगर कोई लगाना चाहता है तो लगा सकता है। अब ਕੰਫਰਟ दूसरी ਲੋਕ ਜ਼ਰੂਰ ਕਹਿੰਦੇ ਕਿ ਹੁੰਦਾ ਉਹਨਾਂ ਨੂੰ। अब ਇੱਕ दूसरी ਡਾਕਟਰ ਸਾਹਿਬ चीज़ ਜਿਹੜਾ ये ਇਹ ਹੈ ਕਿ ਡਾਕਟਰ ਪੂਰਵਾ ਜਿੱਦਾਂ ਹੁਣ ਡਰਾਈ ਆਈਜ਼ ਲਈ ਆਪਾਂ ਆਈ ਡ੍ਰੌਪ ਡਾਲਦੇ ਰਹਿੰਦੇ ਹਾਂ ਨਾ, ਇੱਕ ਤਾਂ ਇਹ ਹੈ ਕਿ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਹੜੀ ਆਈ ਡ੍ਰੌਪ ਹੈ ਕਿੱਦਾਂ ਦੀ ਯੂਜ਼ ਕਰਨੀ ਚਾਹੀਦੀ ਹੈ। हाँ जी, ठीक है, एक जो कंप्यूटर विजन सिंड्रोम जी हो ही गया, हाँ, तो ਆਪਾਂ कैसे देखा ना, उसका इलाज? फिर ਆਪਾਂ किस तरह यूज करनी है। हाँ जी, उसके लिए ऐसे रहता है कि अगर आपको बहुत ज़्यादा शुष्की महसूस हो रही है आंखों में, हाँ तो जी, तुसी नियर के जो भी आपके नेड़े के डॉक्टर हैं आप उनके पास जाएं। अगर उनके पास में वो सारी सुविधाएं उपलब्ध हैं तो ठीक है, नहीं तो किसी बड़े सेंटर में जाएं। वहाँ पे आंखों का स्कैन होता है जिसको हम लिपि व्यू कहते हैं। उस स्कैन से हमारी आंखों के यहाँ पे जो जितनी भी ग्लैंड्स हैं उनके सबका स्कैन हो जाता है और पता लग जाता है कि कौन सी, जी हाँ, कितनी ड्राइनेस है और कितनी हमारी जो ग्लैंड्स हैं, कितनी ग्लैंड्स हमारी बंद हो चुकी हैं और कितनी ग्लैंड्स काम कर रही हैं। और फिर उसके बाद में उसके हिसाब का ट्रीटमेंट होता है। गर्म पानी का सेक भी बोला जाता है, जैसे हॉट वाटर फर्मेंटेशन करने को बोलते हैं आंखों के ऊपर रखने से, उससे भी कुछ हद तक आराम मिलता है। और एक 2-3 ट्रीटमेंट्स होते हैं जिनको कि हम IPL और लिपि फ्लो वगैरह ट्रीटमेंट्स बोले जाते हैं। तो ये ट्रीटमेंट नाल भी आँखों के अंदर जो शुष्की डेवलप हो जाती है वो बहुत हद तक उसमें आराम मिल जाता है। और एक और भी ट्रीटमेंट रहता है जिसमें यहाँ पे आंसू की थैली का रास्ते को ही बंद कर दिया जाता है, वो बहुत ही सिवियर केसेस में किया जाता है। तो उससे भी मतलब डॉक्टर डिसाइड करेगा कि तुसी किस तरह का ट्रीटमेंट लेना। जी वो अपने आप नहीं लेनी चाहिए कि दुकान तो जाओ और आई ड्रॉप ले लो। वो अगर हमें ऐसा लगता है तो जैसे बिल्कुल नॉर्मल सी 1-2 कुछ दवाइयाँ हैं जिनको हम लुब्रिकेटिंग ड्रॉप्स का नाम देते हैं। हाँ जी, हाँ जी। तो कुछ अच्छी कंपनी की आप ले सकते हैं कि भैया अभी मुझे लग रहा है प्रेजर्वेटिव फ्री आजकल ਜਿਹੜੀ ਦਵਾਈਆਂ ਨਾ, ਨਹੀਂ ਤਾਂ ਨਾਰਮਲੀ ਕੀ ਹੈ ਤੁਸੀਂ ਆਈ ਡ੍ਰੌਪ ਪਾਉਂਦੇ ਹੋ, ਆਈ ਡ੍ਰੌਪ ਪਾਓਗੇ ਉਹ ਤਾਂ ਨੁਕਸਾਨ ਜ਼ਿਆਦਾ ਹੋਏਗਾ। हाँ जी, कई बार आंदा बंदा आई ड्रॉप पा के ज्यादा ਉਹਦੇ आंसू आते हैं। और वो जो लुब्रिकेटिंग है ना सर, उसमें भी 3-4 कैटेगरी की लुब्रिकेटिंग ड्रॉप्स हैं जो कि बिल्कुल नॉर्मल या माइल्ड शुष्की के लिए, थोड़ी मॉडरेट शुष्की के लिए, फिर बहुत ही सिवियर शुष्की के लिए। तो हर शुष्की के लेवल के हिसाब से किया जाता है, उसका अलग से टेस्ट होता है शुष्की का। अच्छा, तो मतलब जब भी किन्नियां कखा, हाँ जी, खुश्क दा टेस्ट करना है, हाँ जी, ਉਸ ਤੋਂ ਦੱਸਣਾ ਕਿੰਨੀ ਖੁਸ਼ਕੀ ਹੈ। हाँ, उसके अकॉर्डिंगली अपने को ट्रीटमेंट लेना है। ਜਦ ਅਸੀਂ ਕਹਿੰਦੇ ਨਾ ਡਰਾਈ ਆਈ ਡਿਜ਼ੀਜ਼ ਹੈ, ਜਿੱਦਾਂ ਮੈਡਮ ਦੱਸ ਰਹੇ ਹੈ, ਇਹ 3 ਤਰ੍ਹਾਂ ਦੀ ਹੁੰਦੀ ਹੈ ਤੁਸੀਂ ਕਹਿ ਲਓ। ਜਿੱਦਾਂ ਹੁਣ ਉਹਨਾਂ ਨੇ ਕਿਹਾ ਇੱਕ ਗਲੈਂਡਸ ਦੇ ਕਾਰਨ ਹੁੰਦੀ ਹੈ, ਉੱਪਰ ਦੀ ਨਾ ਜਿਹੜੀ ਪਰਤ ਹੁੰਦੀ ਹੈ ਸਾਡੀ ਲਿਪਿਡ ਲੇਅਰ ਅਸੀਂ ਕਹਿੰਦੇ ਆ, ਜਿਹੜੀ ਕਿ ਇਵੈਪੋਰੇਸ਼ਨ ਨੂੰ ਰੋਕਦੀ ਹੈ ਜੀ। ਜੇ ਉਹ ਹੈ ਤਾਂ ਇਹ ਲੇਜ਼ਰ ਕੰਮ ਆਉਂਦੀ ਹੈ, ਪਰ ਜੇ ਸਾਡਾ ਐਕਵਸ ਮਤਲਬ ਜਿਹੜਾ ਮੇਜਰ ਪਾਰਟ ਹੈ ਉਹ ਘਟ ਗਿਆ ਹੈ ਤਾਂ ਫਿਰ ਇਹ ਡ੍ਰੌਪਸ ਬਹੁਤ ਅੱਛੇ ਰਹਿੰਦੇ ਆ। ਕਈ ਵਾਰ ਉਹ ਪ੍ਰੋਡਕਸ਼ਨ ਹੀ ਨਹੀਂ, ਜਿੱਦਾਂ ਤੁਸੀਂ ਕਹੋ ਕਿ ਉਹ ਬੰਦਾ ਹੀ ਨਹੀਂ ਹੈ, ਹਾਂਜੀ ਹਾਂਜੀ, ਜਿਹੜਾ ਆਪਣੀ ਥੈਲੀ ਤੋਂ ਜਿੱਦਾਂ ਆਪਣੇ ਇੱਥੇ ਲਿਕਰਾਈਮਲ ਗਲੈਂਡ ਹੁੰਦੇ ਆ, ਜੇ ਉਸ ਚੋਂ ਪਾਣੀ ਬਣ ਹੀ ਨਹੀਂ ਰਿਹਾ, ਫਿਰ ਅਸੀਂ ਜਿੱਦਾਂ ਇਹਨਾਂ ਨੇ ਕਿਹਾ ਕਿ ਜਿੱਥੋਂ ਆਂਸੂ ਬਾਹਰ ਡਰੇਨ ਹੋਣੇ ਆ ਉਸ 'ਚ ਅਸੀਂ ਪੰਕਟਲ ਪਲੱਗਸ ਪਾ ਦਿੰਦੇ ਹੈਗੇ ਆ, ਉਹਦੇ ਨਾਲ ਉਹ ਬਚਿਆ ਰਹਿੰਦਾ। ਤਾਂ ਤੁਸੀਂ ਕਿਹੜੀ ਟਾਈਪ ਦਾ ਕਰ ਰਹੇ ਹੋ ਉਹ ਦੇਖਣਾ ਪੈਂਦਾ। ਪਰ ਹੁਣ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਵਿਜ਼ਨ ਸਿੰਡਰੋਮ, ਉਸ 'ਚ ਨਾਰਮਲੀ ਅਸੀਂ ਡ੍ਰੌਪਸ ਦਿੰਦੇ ਆ, ਪਰ ਜ਼ਿਆਦਾ ਫਾਇਦੇਮੰਦ ਆ ਵੀ ਵਾਲਾ ਰੂਲ ਰਹਿੰਦਾ। ਉਹ ਸਿਰਫ ਸਪਲੀਮੈਂਟ ਕਰਦਾ ਕਿ ਚਲੋ ਆਂਸੂ ਉਹਨਾਂ ਦੇ ਟੁੱਟ ਗਏ ਹੋਏ ਆ ਥੋੜੇ ਟਾਈਮ ਲਈ, ਤੇ ਉਹ ਅਸੀਂ ਡ੍ਰੌਪਸ ਪਾ ਲਈ। ਉਹ ਵੀ ਮੈਂ ਕਵਾਂਗੀ प्रेजर्वेटिव फ्री ਜਿਹੜੇ ਹੈਗੇ ਡ੍ਰੌਪਸ ਉਹੀ यूज करो, वो भी डॉक्टर को पूछ के यूज करो। हाँ जी, ज़्यादा सबसे सही यही रहेगा कि तुसी एक बार डॉक्टर को सलाह कर लो और फिर उस सलाह के नाल ही तुसी अपनी आँखों का इलाज करो। मतलब तुसी लव योर आईज मीन्स अपनी आँखों का सही तरीके से इलाज करो। बड़ा सोहनी गल कही जी दोस्तों। अच्छा, मैं पूछना चाहता सी कि ना ਜਿਹੜਾ ਕੰਪਿਊਟਰ ਸਿੰਡਰੋਮ ਹੈ ਇਹਦੇ ਵਿੱਚ ਆਪਾਂ ਕਿੰਨੀ ਦੇਰ ਬਾਅਦ ਆਈ ਡ੍ਰੌਪ ਪਾਈਏ? ਮਤਲਬ ਕਈ ਤਾਂ ਬਸ ਉੱਠੇ ਫਿਰ ਆਈ ਡ੍ਰੌਪ ਪਾ ਲਈ, ਉੱਠੇ ਫਿਰ ਸਾਰਾ ਦਿਨ ਹੀ ਆਈ ਡ੍ਰੌਪ ਪਾਉਂਦੇ ਰਹਿੰਦੇ ਕਈ। ਨਹੀਂ, ਇਸ ਤਰ੍ਹਾਂ ਕਿੰਨਾ ਫ੍ਰੀਕੁਐਂਟਲੀ ਪਾਣੀ ਚਾਹੀਦੀ? ਇੱਕ ਚੀਜ਼ ਹੋਰ ਮੈਂ ਲੋਕਾਂ 'ਚ ਦੇਖੀ, ਉਹ ਪਾਣੀ ਦੇ ਛਿੱਟੇ ਬਹੁਤ ਮਾਰਦੇ ਆ। ਹਾਂਜੀ ਹਾਂਜੀ, ਉਹਦੇ ਨਾਲ ਕੀ ਹੁੰਦਾ, ਪਾਣੀ ਦੇ ਛਿੱਟੇ ਤੇ ਡ੍ਰੌਪਸ ਬਹੁਤ ਫਰਕ ਚੀਜ਼ ਹੈ, ਤੇ ਉਹਦੇ ਨਾਲ ਨਾਰਮਲ ਜਿੰਨੇ ਸਾਡੇ ਆਂਸੂ ਹੈ ਉਹ ਸਾਰੇ ਨਿਕਲ ਜਾਂਦੇ ਆ। ਇੰਨੀ ਵਾਰ ਆਂਸੂ, ਪਹਿਲੀ ਚੀਜ਼ ਅਸੀਂ ਉਹਨਾਂ ਨੂੰ ਸਮਝਾਉਂਦੇ ਕਿ ਪਾਣੀ ਦੇ ਛਿੱਟੇ ਨਹੀਂ ਜ਼ਿਆਦਾ ਮਾਰਨੇ। ਡ੍ਰੌਪਸ 'ਚ ਵੀ ਜੇ ਪ੍ਰੈਜ਼ਰਵੇਟਿਵ ਵਿੱਚ ਹੈਗਾ ਤੇ ਉਹ ਨੁਕਸਾਨ ਜ਼ਿਆਦਾ ਕਰੇਗਾ,
ਹਾਂਜੀ ਤੁਹਾਡੀ ਫਾਇਦਾ ਨਹੀਂ ਉਨੀ ਵਾਰ ਕਹੇਗਾ। ਤੇ ਜਿੰਨੀ ਵਾਰ ਡਾਕਟਰ ਨੇ ਦੱਸਿਆ ਹੈ, ਕਈ ਵਾਰ ਹਾਂ ਕਿਸੇ ਨੂੰ ਅਸੀਂ ਘੰਟੇ ਬਾਅਦ ਵੀ ਡ੍ਰੌਪਸ ਕਹੀਦੇ, ਪਰ ਮੋਸਟਲੀ 3 ਤੋਂ 4 ਵਾਰ ਹੀ ਐਡਵਾਈਸ ਕੀਤੇ ਹੁੰਦੇ, ਡਿਪੈਂਡਿੰਗ ਔਨ ਤੁਹਾਡੀ ਅੱਖਾਂ 'ਚ ਡਰਾਈਨੈਸ ਦੀ ਸਿਵੀਅਰਿਟੀ ਕਿੰਨੀ ਹੈ, ਕਿੰਨਾ ਜ਼ਿਆਦਾ ਤੁਹਾਡੇ ਡਰਾਈਨੈਸ ਹੈ, ਉਸ ਹਿਸਾਬ ਨਾਲ ਹੀ ਅਸੀਂ ਦੱਸਦੇ ਹਾਂ ਕਿ ਇੰਨਾ ਤੁਸੀਂ ਪਾਓ ਡ੍ਰੌਪਸ। ਜਿੱਦਾਂ ਡਾਕਟਰ ਨੇ ਕਿਹਾ ਹੈ 19 ਵਾਰ ਹੀ ਡ੍ਰੌਪਸ ਪਾਓ, ਨਾ ਘੱਟ ਨਾ ਜ਼ਿਆਦਾ। ਤੇ ਰਾਤ ਨੂੰ ਪਾਣੀ ਚਾਹੀਦੀ ਕਿ ਨਹੀਂ? ਰਾਤ ਨੂੰ ਉਹੀ ਗੱਲ ਹੈ, ਜੇ ਅਸੀਂ ਕਿਹਾ ਹਾਂਜੀ ਤਾਂ ਤੁਸੀਂ ਡਾਕਟਰ ਨੇ ਜੇ ਤੁਹਾਨੂੰ ਕਿਹਾ ਹੈ ਕਿ ਹਾਂ ਰਾਤ ਨੂੰ ਡ੍ਰੌਪਸ ਪਾਓ ਤਾਂ ਜ਼ਰੂਰ ਡਾਲੋ। ਉਹਦੇ ਨਾਲ ਕੀ ਹੈ ਕਿ ਜਿਹੜਾ ਰਾਤ ਨੂੰ ਜਿੰਨੀ ਦੇਰ ਅੱਖ ਬੰਦ ਰਹਿੰਦੀ ਹੈ ਹਾਂਜੀ ਹਾਂਜੀ ਤੇ ਸਵੇਰੇ ਇੱਕਦਮ ਪੇਸ਼ੈਂਟ ਉੱਠਦੇ ਆ ਕਹਿੰਦੇ ਪੇਨ ਹੋ ਰਹੀ ਹੈ, ਉਹ ਡਿਪੈਂਡਿੰਗ ਔਨ ਤੁਹਾਡੀ ਕਿੰਨੀ ਸਿਵੀਅਰਿਟੀ ਹੈ। ਜੀ ਜੇ ਘੱਟ ਹੈਗੀ ਹੈ ਸਿਵੀਅਰਿਟੀ ਫਿਰ ਲੋੜ ਨਹੀਂ ਹੁੰਦੀ, ਹਾਂਜੀ ਪਰ ਜੇ ਅੱਜਕੱਲ ਜੈਲ ਆਉਂਦੀਆਂ ਜੈਲ, ਹਾਂ ਮੈਂ ਪੁੱਛਣਾ ਚਾਹੁੰਦਾ ਰਾਤ ਸੀ ਨੂੰ ਜੈਲ ਪਾਣੀ ਚਾਹੀਦੀ ਕਿ ਆਈ ਡ੍ਰੌਪ ਪਾਣੀ? ਡਿਪੈਂਡਿੰਗ ਔਨ ਅਗੇਨ ਸਾਨੂੰ ਦੇਖਣਾ ਪਏਗਾ ਕਿ ਕਿੰਨਾ ਜ਼ਿਆਦਾ ਉਹਨਾਂ 'ਚ ਆਂਸੂ ਘੱਟ ਹੈਗੇ ਹੈ, ਉਸ ਹਿਸਾਬ ਨਾਲ ਅਸੀਂ ਕਰੀਦਾ। ਇਹ ਪੂਰਾ ਇੱਕ ਟ੍ਰੀਟਮੈਂਟ ਹੈ। ਅੱਛਾ, ਪ੍ਰੋਪਰ ਟ੍ਰੀਟਮੈਂਟ ਹੈ, ਮਤਲਬ ਆਪਣੇ ਆਪ ਟ੍ਰੀਟਮੈਂਟ ਕਰਨ ਵਾਲਾ ਨਹੀਂ ਹੈ, ਗੱਲਾਂ ਨਾਲ ਨਹੀਂ ਗੱਲ ਹੋ ਸਕਦੀ, ਡਾਕਟਰ ਨੂੰ ਪੁੱਛ ਕੇ ਸਲਾਹ ਲੈ ਕੇ ਹੋ ਸਕਦੀ। ਕਈ ਵਾਰ ਸਾਨੂੰ ਫੋਨ ਤੇ ਹੀ ਮੈਸੇਜ ਆ ਜਾਂਦਾ ਹੈ ਕਿ ਸਾਨੂੰ ਦੱਸ ਦਿਓ, ਆਈ ਡ੍ਰੌਪ ਦੱਸ ਦਿਓ, ਪਰ ਨਹੀਂ ਸਾਡੇ ਲਈ ਬੜਾ ਮੁਸ਼ਕਿਲ ਹੋ ਜਾਂਦਾ ਹੈ ਦੱਸਣਾ, ਕਿਉਂਕਿ ਅਸੀਂ ਜਦ ਤੱਕ ਦੇਖ ਨਹੀਂ ਸਕਦੇ, ਜਿੱਦਾਂ ਡਾਕਟਰ ਪੂਰਵਾ ਨੇ ਕਿਹਾ ਇੰਨੇ ਸਾਰੇ ਟੈਸਟ ਹੈਗੇ, ਜਦ ਤੱਕ ਅਸੀਂ ਉਹ ਨਹੀਂ ਕਰ ਸਕਦੇ ਤਾਂ ਸਾਨੂੰ ਮਤਲਬ AI ਦਾ ਕੋਈ ਰੋਲ ਨਹੀਂ ਹੈਗਾ, ਤੁਹਾਨੂੰ ਆ ਕੇ ਡਾਕਟਰ ਨੂੰ ਦਿਖਾਣਾ ਹੀ ਪੈਣਾ ਹੈ। ਡਾਕਟਰ ਪੂਰਵਾ, ਟਾਈਮ ਸਾਡੇ ਕੋਲ ਥੋੜਾ ਰਹਿ ਗਿਆ, ਮੈਂ ਚਾਹੁੰਦਾ ਕਿ ਥੋੜੀ ਹੋਰ ਵੀ ਤੁਹਾਡੇ ਕੋਲ ਸਵਾਲ ਪੁੱਛ ਲਏ ਜਾਣ। ਜਿਹੜਾ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਉਹਦੇ ਵੀ ਅੱਖਾਂ 'ਚ ਚੇਂਜ ਆ ਜਾਂਦਾ ਕਾਫੀ, ਜਿੱਦਾਂ डायबिटीज से ब्लड प्रेशर, ये ਅੱਖਾਂ ਦੇ ਵਿੱਚ ਕੀ चेंजेस आते हैं? इससे ऐसा होता है कि आँख का जो पर्दा होता है, आँख का पर्दा डैमेज हो जाता है। आँखों के अंदर कभी कभी बीपी ज़्यादा होने से काला मोतिया बनने लग जाता है, उन पेशेंट्स के अंदर ज़्यादा संभावना रहती है। तो ये कुछ एक चीज़ें रहती हैं। तो अगर किसी भी पेशेंट को 6 महीना हो गया है जिसको कि बीपी ज़्यादा रहता है या फिर शुगर ज़्यादा रहती है, तो उसको एक बार चेक करवा के पर्दा चेक करा लेना चाहिए। बीपी बढ़ने से कभी कभी अटैक हो जाता है, अटैक से हमारी आंखों के अंदर भी लकवा डेवलप हो जाता है। हाँ जी। और शुगर की वजह से भी हो जाता है। तो कभी किसी पेशेंट को 2 दिखे तो भी वो जब भी दिखाने आए, कभी आंखों की नसों के अंदर सूजन आने से एकदम से निगाह चली जाती है, तो ऐसे केस में इमीडिएटली डॉक्टर के पास दिखाने के लिए आए, क्योंकि अगर कभी हमारी आंख की कोई आर्टरी में कोई ब्लॉक आ गया या फिर हमारी आंख की नस के अंदर सूजन आ गई, तो उसका ट्रीटमेंट इमरजेंसी लेवल पे होता है। डॉक्टर बंदा आम तौर देखना चाहता कि बंदा उदों ही जाता डॉक्टर को जो प्रॉब्लम ज़्यादा हो जाती, ਜਿਹੜਾ ਬੰਦਾ अर्ली ब्लड प्रेशर ਜਾਂ अर्ली डायग्नोस ਹੋਇਆ ਉਹਦਾ ਹਾਲੇ डायबिटीज, ਉਹਨੂੰ ਨਾਲ ਦੀ ਨਾਲ ਅੱਖਾਂ ਚੈੱਕ ਕਰਾਉਣੀ ਚਾਹੀਦੀ ਹੈ ਕਿ ਨਹੀਂ? ਬਿਲਕੁਲ, ਅਸੀਂ ਆਪਣੇ ਹਸਪਤਾਲ 'ਚ ਜਿੱਦਾਂ ਸ਼ੂਗਰ ਦਾ ਕੋਈ ਵੀ ਮਰੀਜ਼ ਹੈ, ਹਾਂਜੀ ਹਾਂਜੀ, ਉਹਨਾਂ ਨੂੰ ਸ਼ੂਗਰ ਵਾਲੇ ਡਾਕਟਰ ਹੀ ਦੱਸ ਦਿੰਦੇ ਹੈ ਕਿ ਤੁਹਾਨੂੰ ਹੁਣੇ ਦੇ ਹੁਣੇ ਆਪਣੀ ਅੱਖਾਂ ਦੀ ਚੈੱਕਅਪ ਕਰਵਾ ਲੈਣਾ ਚਾਹੀਦਾ, ਕਿਉਂਕਿ ਜਿੱਦਾਂ ਹੀ ਸ਼ੂਗਰ ਦਾ ਚੈੱਕਅਪ ਹੁੰਦਾ ਹੈ ਤੇ ਕਿੰਨੀ ਦੇਰ ਦੀ ਸ਼ੂਗਰ ਹੈ ਉਹ ਤਾਂ ਪਤਾ ਨਹੀਂ ਨਾ ਚੱਲ ਸਕਦੀ, ਪਰ ਅਸੀਂ ਅੱਖਾਂ ਵਾਲੇ ਜਿਹੜੇ ਹੈਗੇ ਨਾ ਉਹ ਪਹਿਲਾਂ ਹੀ ਦੱਸ ਸਕਦੇ ਕਿ ਕਿੰਨੀ ਦੇਰ ਦਾ ਡਿਊਰੇਸ਼ਨ ਰਿਹਾ ਹੈ, ਕਿੰਨੀ ਦੇਰ ਤੋਂ ਸੀਗੀ ਦਵਾਈ ਬਿਮਾਰੀ। ਤੇ ਉਸ ਲਈ ਬਹੁਤ ਜ਼ਰੂਰੀ ਹੈ ਕਿ ਜਦ ਵੀ ਤੁਹਾਡੀ ਸ਼ੂਗਰ ਡਾਇਗਨੋਸ ਹੋਈ ਹੈ ਤੁਸੀਂ ਉਸੇ ਵੇਲੇ ਅੱਖਾਂ ਵਾਲਿਆਂ ਨੂੰ ਦਿਖਾਓ, ਤਾਂ ਕਿ ਉਹ ਦੱਸ ਸਕਣ ਕਿ ਕਿੰਨੀ ਦੇਰ ਦੀ ਸ਼ੂਗਰ ਹੈ। ਕਈ ਵਾਰ ਤਾਂ ਇਸ ਤਰ੍ਹਾਂ ਵੀ ਹੋਇਆ ਹੈ ਕਿ ਅਸੀਂ ਸ਼ੂਗਰ ਵਾਲੇ ਪੇਸ਼ੈਂਟਸ ਦਾ ਅਸੀਂ ਪਰਦਾ ਦੇਖਿਆ ਕਿ ਗਲਿਆ ਹੋਇਆ ਹੈ, ਇਹ ਸ਼ੂਗਰ ਦਾ ਅਸਰ ਹੈ, ਤੇ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸ਼ੂਗਰ ਉਹਨਾਂ ਨੂੰ ਸੀਗੀ। ਤੇ ਅੱਖਾਂ ਸ਼ੀਸ਼ਾ ਹੈਗੀਆਂ ਪੂਰੇ ਸਰੀਰ ਦਾ, ਇਹ बहुत सारी बीमारियां डायग्नोस कर सकती हैं। डॉक्टर पूर्वा को मैसेज यही देना चाहूँगी, जिस दिन हमें ये महसूस हो कि हमारी आंखों में कुछ भी प्रॉब्लम हो रही है, चाहे इरिटेशन हो रहा है, लाली आ रही है, दिखाई कम दे रहा है, उसी वक्त जाके डॉक्टर को मिलें और अपना ट्रीटमेंट सही तरीके नाल कराएं। अपने आप कोई भी दवाई लेने से प्रॉब्लम हो सकती है, छोटे बच्चों ने जितना छोटा है बच्चा उसका उसी टाइम ट्रीटमेंट करवाएं, तो उसकी आंखों को हम सही तरीके से सेव कर सकते हैं। डॉक्टर तानिया ਤੁਹਾਡੇ ਵੱਲੋਂ ਕੋਈ ਮੈਸੇਜ? मैं कहूँगी हर उम्र वाले ਨੂੰ ਆਪਣੀ ਅੱਖਾਂ ਦੀ ਬਹੁਤ ਪਿਆਰ ਤੇ ਦੇਖਭਾਲ ਕਰਨੀ ਚਾਹੀਦੀ ਹੈ। ਤਾਂ ਹੀ ਤਾਂ ਇਸ ਵਾਰ ਦਾ ਥੀਮ ਵੀ ਇਹੀ ਹੈ, ਲਵ ਯੂਰ ਆਈਜ਼। ਤੇ ਜਿੱਦਾਂ ਉਹਨਾਂ ਨੇ ਕਿਹਾ ਬੱਚੇ, ਵੱਡੇ, ਬੁੱਢੇ, ਸਾਰਿਆਂ ਲੋਕਾਂ ਨੂੰ ਕਰਨਾ ਚਾਹੀਦਾ। ਸੋ ਪਿਆਰੇ ਦਰਸ਼ਕੋ, ਸਹੀ ਕਿਸੇ ਨੇ ਕਿਹਾ ਕਿ ਆਂखें ਜ਼ੁਬਾਨ ਨਹੀਂ ਮਗਰ ਬੇਜ਼ੁਬਾਨ ਵੀ ਨਹੀਂ। ਅੱਖਾਂ ਬਹੁਤ ਕੁਝ ਦੱਸ ਦਿੰਦੀਆਂ, ਬਹੁਤ ਸਾਰੀਆਂ ਗੱਲਾਂ ਅੱਖਾਂ ਦੇ ਥਰੂ ਪਤਾ ਲੱਗ ਜਾਂਦੀ, ਕਈ ਵਾਰੀ ਉਹ ਕਿਤਾਬਾਂ 'ਚ ਨਹੀਂ ਮਿਲਦੀਆਂ, ਅੱਖਾਂ ਦੱਸ ਦਿੰਦੀਆਂ। ਸੋ ਪਿਆਰੇ ਦਰਸ਼ਕੋ, ਉਮੀਦ ਹੈ ਤੁਸੀਂ ਇਸ ਟਾਕ ਦਾ ਪੂਰਾ ਫਾਇਦਾ ਉਠਾਓਗੇ। ਅੱਜ ਦਾ ਗੱਲ ਬਹੁਤ ਵਧੀਆ ਰਹੀ। ਮੈਂ ਡਾਕਟਰ ਪੂਰਵਾ, ਡਾਕਟਰ ਤਾਨੀਆ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਮਾਂ ਕੱਢ ਕੇ ਸਾਡੇ ਸਟੂਡੀਓ ਆਏ। ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਜੁੜੇ ਰਹੇ। ਸਾਨੂੰ ਇਜਾਜ਼ਤ ਦਿਓ। ਨਮਸਕਾਰ। ਨਮਸਕਾਰ।